ਚੌਰ ਛਤਰ ਤਖਤ ਦੇ ਮਾਲਕ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅਤੇ ਇੰਟਰਨੈਟ ਦੇ ਮਾਧਿਅਮ ਰਾਹੀਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨਾਲ ਜੁੜ ਰਹੀਆਂ ਸਮੂਹ ਸੰਗਤਾਂ, ਆਓ ਆਰੰਭਤਾ ਕਰਨੀ ਕਰੀਏ। ਪਾਵਨ ਅੰਕ 60 ਦੇ ਉੱਤੋਂ ਸਹਿਜ ਪਾਠ ਦੀ ਵਿਚਾਰ ਸੰਥਿਆ ਰੂਪ ਵਿੱਚ ਆਰੰਭ ਹੋ ਰਹੀ ਹੈ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਰਾਗ ਮਹਿਲਾ ਪਹਿਲਾ। ਮਨਮੁਖ ਭੁੱਲੈ ਭੁਲਾਈਐ, ਭੁੱਲੀ ਠੌਰ ਨ ਕਾਏ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰ ਰਹੇ ਹਨ ਕਿ ਮਨਮੁਖ ਤੋਂ ਭਾਵ ਕਿ ਜਿਹੜਾ ਜੀਵ ਆਪਣੀ ਮਨ ਪਿੱਛੇ ਤੁਰਦਾ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜਿਹੜੀ ਜੀਵ ਇਸਤਰੀ ਹੈ, ਜੀਵ ਹੈ, ਭੁੱਲੈ ਭੁਲਾਈਐ, ਕਿ ਫਿਰ ਉਹ ਜਿਹੜੀ ਜੀਵ ਇਸਤਰੀ ਹੈ ਆਪਣੇ ਮਨ ਪਿੱਛੇ ਤੁਰਨ ਕਰਕੇ ਆਪਣੀ ਜੀਵਨ ਦੇ ਸਹੀ ਰਸਤੇ ਤੋਂ ਭੁੱਲ ਜਾਂਦੀ ਹੈ, ਕਿ ਜੀਵਨ ਦਾ ਜੋ ਅਸਲ ਮਾਰਗ ਹੈ ਉਸ ਤੋਂ ਖੁੰਝ ਜਾਂਦੀ ਹੈ। ਤੇ ਮਾਇਆ ਦੇ ਕਾਰਨ, ਕਿਉਂਕਿ ਮਨ ਹੈ ਜੇ ਉਹ ਮਾਇਆ ਵਾਲੇ ਪਾਸੇ ਲੱਗ ਗਿਆ ਤੇ ਸਹਿਜੇ ਹੈ ਕਿ ਉਹ ਮਾਰਗ ਤੋਂ ਭਟਕੇਗਾ ਹੀ ਭਟਕੇਗਾ, ਤੇ ਜੇ ਮਾਲਕ ਵਾਲੇ ਪਾਸੇ ਲੱਗ ਗਿਆ, ਗੁਰੂ ਵਾਲੇ ਪਾਸੇ ਲੱਗ ਗਿਆ ਤੇ ਸਹੀ ਰਸਤੇ ਤੇ ਆ ਜਾਏਗਾ। ਇਸ ਕਰਕੇ ਪਾਤਸ਼ਾਹ ਜੀ ਆਖਣ ਲੱਗੇ ਮਾਇਆ ਹੈ ਜਿਹੜੀ ਉਹਨੂੰ ਕੁਰਾਹੇ ਪਾ ਦਿੰਦੀ ਹੈ, ਗਲਤ ਰਸਤੇ ਉੱਤੇ ਪਾ ਦਿੰਦੀ ਹੈ, ਅਤੇ ਫਿਰ ਰਾਹ ਤੋਂ ਜਿਹੜੀ ਖੁੰਝ ਜਾਂਦੀ ਹੈ, ਭੁੱਲੀ ਠੌਰ ਨਾ ਕਾਏ, ਕਿ ਫਿਰ ਉਹਨੂੰ ਕੋਈ ਵੀ ਰਸਤਾ ਹੈ ਜਿਹੜਾ ਹੈ ਰਾਹੋਂ ਖੁੰਝੀ ਹੋਈ ਨੂੰ ਗੁਰੂ ਤੋਂ ਬਿਨਾਂ ਫਿਰ ਕੋਈ ਐਸਾ ਥਾਂ ਨਹੀਂ ਲੱਭਦਾ। ਭੁੱਲੀ ਠੌਰ ਨਾ ਕਾਏ, ਉਹਨੂੰ ਕੋਈ ਜਗ੍ਹਾ ਲੱਭਦੀ ਨਹੀਂ ਹੈ ਗੁਰੂ ਤੋਂ ਬਿਨਾਂ ਕਿ ਜਿੱਥੋਂ ਉਹ ਸਮਝ ਸਕੇ ਕਿ ਸਹੀ ਰਸਤਾ ਜੀਵਨ ਦਾ ਕਿਹੜਾ ਹੈ, ਮੇਰੇ ਜੀਵਨ ਦਾ ਸਹੀ ਮਨੋਰਥ ਕਿਹੜਾ ਹੈ। ਇੱਥੇ ਭੁੱਲੈ ਭੁਲਾਈਐ, ਭੁੱਲੀ ਤੋਂ ਭਾਵ ਹੈ ਕਿ ਮਾਇਆ ਦੇ ਪਿੱਛੇ ਲੱਗ ਕੇ ਆਪਣੇ ਮਨ ਦੇ ਕਰਕੇ, ਮਨ ਜਦੋਂ ਮਾਇਆ 'ਚ ਵਿਅਸਤ ਹੋ ਜਾਂਦਾ ਹੈ ਤੇ ਉਦੋਂ ਜੀਵ ਹੈ ਉਹ ਆਪਣੇ ਸਹੀ ਰਸਤੇ ਤੋਂ ਭਟਕ ਜਾਂਦਾ ਹੈ, ਭੁੱਲ ਜਾਂਦਾ ਹੈ ਸਹੀ ਰਸਤੇ ਨੂੰ। ਗੁਰ ਬਿਨ ਕੋ ਨਾ ਦਿਖਾਵਈ, ਅੰਧੀ ਆਵੈ ਜਾਏ। ਹੁਣ ਪਾਤਸ਼ਾਹ ਜੀ ਆਖਦੇ ਹਨ ਗੁਰ ਬਿਨ ਕੋ ਨਾ ਦਿਖਾਵਈ, ਕਿ ਭਟਕੀ ਹੋਈ ਨੂੰ ਗੁਰੂ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਵਿਖਾ ਸਕਦਾ। ਗੁਰੂ ਤੋਂ ਬਿਨਾਂ ਉਹਨੂੰ ਉਸ ਦੇ ਸਹੀ ਰਸਤੇ ਦੀ ਜਿਹੜੀ ਹੈ ਜਾਣਕਾਰੀ, ਸੋਝੀ ਹੈ, ਉਹ ਨਹੀਂ ਦੇ ਸਕਦਾ ਕੋਈ ਵੀ। ਗੁਰ ਬਿਨ ਕੋ ਨਾ ਦਿਖਾਵੇ, ਕੋ ਤੋਂ ਭਾਵ ਕੋਈ ਹੋਰ, ਗੁਰੂ ਤੋਂ ਬਿਨਾਂ ਅੰਧੀ, ਮਾਇਆ ਦੇ ਵਿੱਚ ਅੰਨੀ ਹੋਈ ਜੀਵ ਇਸਤਰੀ, ਭਾਵ ਜੀਵ ਆਵੈ ਜਾਏ ਤੇ ਜੰਮਦੀ ਮਰਦੀ ਰਹਿੰਦੀ ਹੈ, ਭਾਵ ਭਟਕਦੀ ਰਹਿੰਦੀ ਹੈ, ਕਿ ਆਤਮਿਕ ਮੌਤ ਹੋ ਜਾਂਦੀ ਹੈ, ਆਤਮਿਕ ਜਨਮ ਹੋ ਜਾਂਦਾ। ਇਸੇ ਤਰ੍ਹਾਂ ਉਹ ਭਟਕਦੀ ਹੀ ਰਹਿੰਦੀ ਹੈ। ਗਿਆਨ ਪਦਾਰਥ ਖੋਇਆ, ਠੱਗਿਆ ਮੁੱਠਾ ਜਾਏ। ਗਿਆਨ ਪਦਾਰਥ ਤੋਂ ਭਾਵ ਕਿ ਜਿਸ ਜੀਵ ਇਸਤਰੀ ਨੇ ਮਾਇਆ ਦੇ ਫਿਰ ਢਹੇ ਚੜ ਕੇ, ਕਿ ਮਾਇਆ ਦੇ ਨਾਲ ਜੁੜ ਕੇ, ਮਾਇਆ ਦੇ ਨਾਲ ਮੋਹ ਪਾ ਕੇ ਫਿਰ ਪ੍ਰਮਾਤਮਾ ਦਾ ਨਾਮ ਰੂਪ ਗਿਆਨ ਪਦਾਰਥ ਹੈ ਜਿਹੜਾ ਉਹ ਖੋਇਆ ਤੋਂ ਭਾਵ ਗਵਾ ਲਿਆ, ਕਿ ਜਿਹਨੇ ਗਵਾ ਲਿਆ ਹੈ, ਨਾਮ ਧਨ ਗਵਾ ਲਿਆ ਹੈ, ਫਿਰ ਉਹ ਠੱਗਿਆ ਮੁੱਠਾ ਜਾਏ, ਉਹ ਫਿਰ ਠੱਗਿਆ ਜਾਂਦਾ, ਮਾਇਆ ਉਹਨੂੰ ਠੱਗ ਲੈਂਦੀ ਹੈ ਅਤੇ ਫਿਰ ਆਤਮਿਕ ਜੀਵਨ ਵੱਲੋਂ ਉਹ ਮੁੱਠਾ ਜਾਏ ਤੋਂ ਭਾਵ, ਆਪਾਂ ਮੁੱਠੀ ਸ਼ਬਦ ਵੀ ਪੜਿਆ, ਲੁੱਟਿਆ ਜਾਂਦਾ ਹੈ, ਕਿ ਉਹਦਾ ਆਤਮਿਕ ਜੀਵਨ ਫਿਰ ਲੁੱਟਿਆ ਜਾਂਦਾ ਹੈ। ਹੁਣ ਮਾਇਆ ਕਿਸ ਤਰ੍ਹਾਂ ਫਿਰ ਖਰਾਬ ਕਰਦੀ ਹੈ,
कि कई बार जिहड़ा है अणजान बंदा हुंदा है वो ਕੱਚ ਦੇ ਟੁਕੜਿਆਂ ਨੂੰ ਹੀਰੇ ਸਮਝ ਲੈਂਦਾ ਹੈ, ਕਿਉਂਕਿ ਗਿਆਨ ਨਹੀਂ ਹੁੰਦਾ। ਪਰ ਜਿਸ ਨੂੰ ਗਿਆਨ ਹੁੰਦਾ, ਜਿਹੜੇ ਜੌਹਰੀ ਨੂੰ ਜਾਂ ਹੀਰੇ ਦੀ ਪਰਖ ਕਰਨ ਵਾਲੇ ਨੂੰ ਝੱਟ ਪਛਾਣ ਲੈਂਦਾ ਕਿ ਨਹੀਂ ਆਹ ਹੀਰਾ ਅਸਲੀ ਹੈ, ਆਹ ਕੱਚ ਹੈ, ਦੱਸ ਦਿੰਦਾ ਨਾ। ਇਸੇ ਤਰ੍ਹਾਂ ਹੀ ਮਾਇਆ ਕਿ ਦਿਖਾਉਂਦੀ ਕੁਝ ਹੋਰ ਹੈ ਪਰ ਅੰਦਰ ਇਹਦੇ ਹੈ ਕੁਝ ਹੋਰ। ਕਿ ਪਰਦਾ ਬਾਹਰੋਂ ਬਹੁਤ ਸੋਹਣਾ ਲੱਗਿਆ ਹੋਇਆ ਪਰ ਅੰਦਰ ਕੁਝ ਹੋਰ ਹੈ। ਪਰ ਜੋ ਗੁਰੂ ਦੱਸਦਾ ਹੈ ਉਹ ਜਿਉਂ ਦੱਸਦਾ ਹੈ ਉਵੇਂ ਹੀ ਉਹ ਅੱਗੇ ਹੈ। ਇਸੇ ਤਰ੍ਹਾਂ ਪਾਤਸ਼ਾਹ ਜੀ ਆਖਦੇ ਕਿ ਅੰਨੀ ਹੋ ਜਾਂਦੀ ਹੈ ਫਿਰ ਜਦੋਂ ਇਹ ਜੀਵ ਇਸਤਰੀ ਹੈ, ਜੀਵ ਮਾਇਆ ਦੇ ਢਹੇ ਚੜ੍ਹ ਕੇ ਫਿਰ ਭਟਕਦਾ ਹੀ ਰਹਿੰਦਾ ਹੈ। ਬਾਬਾ ਮਾਇਆ ਭਰਮ ਭੁਲਾਏ, हे बाबा हे भाई, माया जीवां नूं भुलेखे विच पा के कुराहे पा दिंदी है। कि कुराहे तो भाव कि सही रस्ते तो उल्ट रस्ते विच। कि आपां आम शब्द वरतदे हैं ना, जदों कोई गलत रस्ते ते पै जाए कि वो तो बंदा उहनूं कुराहे पै गया। कि जां किते जाना होवे ते सानूं रस्ते दा ना पता होए जां भुल जाइए ते असीं किसे होर रस्ते नूं फड़ लईए ते फिर असीं आखदे कि उत्थे जाके असीं रस्ता भुल गए जां कुराहे पै गए। जिहड़े रस्ते जाना सी ओहदा सानूं पता नहीं लग्गिया ते असीं कुराहे पै गए, भाव गलत रस्ते पै गए। इस करके माया भरम भुलाए। फिर माया फिर ये भरम दे पा के असल रस्ते तो वो दूर कर दिंदी है। भरम भुली दुहागणी ना फिर अंक समाए। दुहागणी ते दुहागनी इको ही अर्थ ने, मंदे भागां वाले। क्योंकि ये भी एक खेतर की बोली है जिथे दद्दे की थां ते डड्डा वरतिया जाता है। बहुत सावां थावां ते है जिहड़ा पावन बाणी के अंदर तुहानूं दखणे भी मिलणगे, उहदा भाव है दखना। पर डड्डे नाल बहुत बार उचारण दद्दे की थां ते आएगा, क्योंकि वो भी एक विशेष खेतर की जिहड़ी वो बोली है। इसे तरह इत्थे असल उचारण है जो वो है ते दद्दे नाल, पर एक खेतर की बोली नूं मुख रखदिआं इत्थे डड्डे नाल उचारण है, पर अर्थ इक्को ही है। दुहागनी अते दुहागनी भाव मंदे भागां वाली कह दिए, मंदे कर्मां वाली। पिर तो भाव पति परमेश्वर, अंक तो भाव गलवकड़ी, अंक विच। सतगुरु पातशाह जी आखन लगे भरम भुली दुहागनी। फिर जिहड़ी जीव इस्त्री है, जिहड़ी भागहीन जीव इस्त्री है, दुहागनी है, वो भुलेखे विच पै के कुराहे पैंदी है, गलत रस्ते उत्ते पै जांदी है। ਅਤੇ ਉਹ ਕਦੇ ਵੀ ਮਾਲਕ ਪਰਮੇਸ਼ਰ ਪਤੀ ਦੇ ਚਰਨਾਂ ਵਿੱਚ ਲੀਨ ਨਹੀਂ ਹੋ ਸਕਦੀ। ਸਹਿਜੇ ਹੈ ਕਿ ਉਹ ਮਨੁੱਖ ਚੰਗੇ ਕਰਮ ਨਹੀਂ ਕਰ ਸਕਦਾ ਜਿਹੜਾ ਮਾਇਆ ਦੇ ਅਧੀਨ ਹੋਏਗਾ, ਜਿਹੜਾ ਸਿਰਫ ਹੀ ਮਾਇਆ ਨੂੰ ਅਤੇ ਗਲਤ ਵਿਚਾਰਾਂ ਨੂੰ ਜਿਹੜਾ ਹੈ ਮੁੱਖ ਰੱਖੇਗਾ। ਉਹ ਚੰਗੇ ਕਰਮਾਂ ਵਾਲੇ ਪਾਸੇ ਗੁਰੂ ਦੇ ਗਿਆਨ ਤੋਂ ਬਿਨਾਂ, ਗੁਰੂ ਦੇ ਚਰਨਾਂ ਦੇ ਨਾਲ ਜੁੜਨ ਤੋਂ ਬਿਨਾਂ ਨਹੀਂ ਜੁੜ ਸਕਦਾ। ਭੁੱਲੀ ਫਿਰੈ ਦਿਸੰਤਰੀ, ਭੁੱਲੀ ਗ੍ਰਹਿ ਤਜ ਜਾਏ। ਹੁਣ ਸਤਿਗੁਰੂ ਜੀ ਆਖਦੇ ਹਨ ਕਿ ਜਦੋਂ ਫਿਰ ਜੀਵ ਇਸਤਰੀ ਭਾਵ ਜੀਵ ਹੈ ਜਿਹੜਾ ਉਹ ਮਾਇਆ ਦੇ ਵਿੱਚ ਪੈ ਕੇ ਭੁੱਲ ਜਾਂਦਾ ਹੈ ਨਾ, ਭੁੱਲੀ ਫਿਰੇ ਤੋਂ ਭਾਵ ਇੱਥੇ ਸਤਿਗੁਰੂ ਜੀ जीव इस्त्री, जीव नूं जीव इस्त्री के रूप में बयान कर रहे हैं कि भुली फिरे। जदों फिर माया दे विच पै के अपने असल रस्ते तो खुंझ जाती है ना, फिर ये जिवें भरम भुली पिछे लिखिया ना सतगुरु जी ने, इवें फिर दिसंतरी तो भाव देश अंतरी, देश अंतरी की वखरे वखरे देशों में भटकती रहिंदी है कि अपना घर छड्ड के अते होर की भुली गृह तज जाए। जिहड़ा गृहस्थ धर्म है भाव गृहस्थ नूं छड्ड के ये अपना घर छड्ड के बाहर दूर चली जाती, भटक जाती है। कई बार ये जिहड़ी है वो
ਗ੍ਰਸਥ ਧਰਮ ਨੂੰ ਤਿਆਗਣਾ ਹੀ ਜਿਹੜਾ ਹੈ ਮਾਲਕ ਦੇ ਨਾਲ ਰਲੇਵਾਂ ਸਮਝ ਲੈਂਦੀ, ਕਿਉਂਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਆ ਕੇ ਸਮਝਾਇਆ ਕਿ ਗ੍ਰਸਥ ਵਿੱਚ ਰਹਿ ਕੇ ਹੀ ਉਸ ਮਾਲਕ ਨੂੰ ਜਿਹੜਾ ਹੈ ਪ੍ਰਾਪਤ ਕਰਨਾ ਹੈ, ਕਿ ਕਿਰਤ ਵੀ ਕਰਨੀ ਹੈ, ਪਰਿਵਾਰ ਵੀ ਪਾਲਣਾ ਹੈ, ਪਰ ਰਹਿਣਾ ਵੀ ਮਾਇਆ ਤੋਂ ਨਿਰਲੇਪ ਹੈ। ਕਿ ਕਿਰਤ ਕਰਨੀ ਹੈ, ਇਹ ਨਹੀਂ ਕਿ ਗ੍ਰਸਤੀ ਛੱਡ ਦੇਣਾ ਹੈ, ਵੀ ਇਸਤਰੀ ਹੈ ਜਿਹੜੀ, ਜਾਂ ਕਹਦੀ ਕਿ ਵਿਆਹ ਹੀ ਨਹੀਂ ਕਰਾਉਣਾ, ਛੱਡ ਹੀ ਦੇਣਾ, ਕਿ ਨਹੀਂ ਜੇ ਵਿਆਹ ਕਰਾ ਲਿਆ ਤੇ ਉਹ ਬਹੁਤ ਸਾਰੇ ਜਿਹੜੇ ਨੇ ਉਹ ਜੰਜਾਲ ਪੈ ਜਾਣਗੇ, ਇਸ ਕਰਕੇ ਰੱਬ ਨੂੰ ਨਹੀਂ ਮਿਲਿਆ ਜਾਣਾ। ਸਤਿਗੁਰੂ ਜੀ ਆਖਣਗੇ ਐਸਾ ਨਹੀਂ। ਪਰ ਹੁਣ ਉੱਥੇ ਇਹ ਵੀ ਨਹੀਂ ਸਮਝ ਲੈਣਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਕਈ ਸਾਲਾਂ ਵਾਸਤੇ ਘਰ ਛੱਡਿਆ ਸੀ। ਸਤਿਗੁਰੂ ਪਾਤਸ਼ਾਹ ਜੀ ਨੇ ਪੂਰਨ ਪ੍ਰਬੰਧ ਕਰਨ ਤੋਂ ਬਾਅਦ ਜਦੋਂ ਬੱਚੇ ਜਵਾਨ ਹੋ ਗਏ, ਘਰ ਦਾ ਸਾਂਭਣ ਲਈ ਹੋ ਗਏ, ਉਦੋਂ ਹੈ ਜਿਹੜਾ ਪਾਤਸ਼ਾਹ ਜੀ ਨੇ ਫਿਰ ਉਹ ਲੁਕਾਈ ਨੂੰ ਸਮਝਾਉਣ ਵਾਸਤੇ, ਕੋਈ ਸਤਿਗੁਰੂ ਜੀ ਤਪ ਸਾਧਨ ਨਹੀਂ ਗਏ ਕਿਤੇ ਕਿ ਫਲਾਣੇ ਥਾਂ ਤੇ ਕਿਤੇ ਜਾ ਕੇ ਬਹਿ ਗਏ ਕਿ ਇੱਥੇ ਜਾ ਕੇ ਰੱਬ ਨੂੰ ਪ੍ਰਾਪਤ ਕਰ ਲਵਾਂਗਾ। ਉਹਨਾਂ ਨੇ ਤਾਂ ਸਮਝਾਇਆ ਹੈ ਕਿ ਮਾਲਕ ਰੱਬ ਤੇਰੇ ਅੰਦਰ ਹੀ ਬੈਠਾ, ਬਾਰ-ਬਾਰ ਕਿਉਂ ਲੱਭਦਾ ਫਿਰਦਾ। ਇਸੇ ਤਰ੍ਹਾਂ ਭੁੱਲੀ ਫਿਰੇ ਦਿਸੰਤਰੀ, ਕਿ ਵੱਖ-ਵੱਖ ਦੇਸ਼ਾਂ ਦੇ ਵਿੱਚ ਫਿਰ ਭਟਕਦੀ ਫਿਰਦੀ ਰਹਿੰਦੀ ਹੈ, ਮਾਇਆ ਵਿੱਚ ਅੰਨੀ ਹੋਈ। ਭੁੱਲੀ ਗ੍ਰਹਿ ਤਜ ਜਾਏ, ਅਤੇ ਆਪਣਾ ਗ੍ਰਸਤ ਅਤੇ ਘਰ-ਬਾਰ ਛੱਡ ਕੇ ਦੂਰ ਚਲੀ ਜਾਂਦੀ ਹੈ। ਭੁੱਲੀ ਡੂੰਗਰ ਥਲ ਚੜ੍ਹੈ, ਭਰਮੈ ਮਨ ਡੋਲਾਏ। ਡੂੰਗਰ ਥਲ ਚੜ੍ਹੈ ਤੋਂ ਭਾਵ ਪਹਾੜ ਉੱਤੇ ਚੜ੍ਹਨਾ। ਥਲ ਚੜ੍ਹੈ ਕਿ ਪਹਾੜਾਂ ਦੀਆਂ ਕੁੰਦਰਾਂ ਦੇ ਵਿੱਚ ਵੜ ਜਾਣਾ, ਕਿ ਭੁੱਲੀ ਹੋਈ ਮਾਇਆ ਦੇ ਵਿੱਚ ਫਸੀ ਹੋਈ ਡੂੰਗਰ ਚੜ੍ਹੈ, ਕਿ ਪਹਾੜਾਂ ਦੇ ਵਿੱਚ ਚੜ੍ਹ ਕੇ, ਪਹਾੜਾਂ ਦੇ ਉੱਤੇ ਚੜ੍ਹ ਕੇ ਥਲ ਚੜ੍ਹੈ ਭਰਮੈ ਮਨ ਡੋਲਾਏ, ਕਿ ਉੱਥੇ ਗੁਫਾਵਾਂ ਦੇ ਵਿੱਚ ਜਾ ਕੇ ਬਹਿ ਜਾਂਦੀ ਹੈ, ਕਿ ਜਾ ਕੇ ਉੱਥੇ ਬੈਠ ਕੇ ਜਿਹੜਾ ਜੀਵ ਇਸਤਰੀ ਭਾਵ ਜੀਵ ਹੈ ਉਹ ਉੱਥੇ ਜਾ ਕੇ ਆਖਦਾ ਹੈ ਕਿ ਸ਼ਾਇਦ ਮੈਂ ਇੱਥੇ ਜਿਹੜਾ ਹੈ ਉਹ ਸਾਰੇ ਸੰਸਾਰ ਨੂੰ ਛੱਡ ਕੇ ਤੇ ਗੁਫਾ ਦੇ ਵਿੱਚ ਬੈਠ ਕੇ, ਕਿਸੇ ਪਹਾੜ ਵਿੱਚ ਬੈਠ ਕੇ ਜਾਂ ਕਿਸੇ ਟਿੱਲੇ ਉੱਤੇ ਚੜ੍ਹ ਕੇ ਉਹ ਮਾਲਕ ਨੂੰ ਪ੍ਰਾਪਤ ਕਰ ਲਵਾਂਗੀ। ਪਰ ਸਤਿਗੁਰੂ ਜੀ ਆਖਣ ਲੱਗੇ ਐਸਾ ਨਹੀਂ, ਉੱਥੇ ਵੀ ਉਹਦਾ ਉਹ ਭਟਕਦੀ ਫਿਰਦੀ ਜੀਵ ਇਸਤਰੀ ਭਾਵ ਜੀਵ ਭਟਕਦਾ ਹੀ ਹੈ, ਉਹਦਾ ਮਨ ਮਾਇਆ ਦੇ ਅਸਰ ਹੇਠ ਡੋਲਦਾ ਹੀ ਰਹਿੰਦਾ ਹੈ। ਉਦਾਹਰਨ ਦੇਖੋ, ਹੁਣ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਸਿੱਧਾ ਕੁਲ ਗਏ, ਜਿੱਥੇ ਕੋਈ ਜਾ ਨਹੀਂ ਸਕਦਾ। ਉਹ ਹੁਣ ਉੱਥੇ ਜਾ ਕੇ ਆਪਣਾ ਪਰਿਵਾਰ ਜਾਂ ਬਿਨਾਂ ਵਿਆਹ ਤੋਂ ਉੱਥੇ ਜਾ ਕੇ ਬੈਠੇ ਨੇ ਕਿ ਸੰਸਾਰ ਦੇ ਵਿੱਚ ਬੜੀ ਮਾਇਆ ਪ੍ਰਬਲ ਹੈ, ਅਸੀਂ ਤਾਂ ਛੱਡ ਕੇ ਆ ਗਏ ਇੱਥੇ ਆ ਕੇ ਰੱਬ ਨਾਲ ਲਿਵ ਲਾਉਣੀ। ਪਰ ਉੱਥੇ ਵੀ ਉਹ ਕੀ ਕਰਦੇ ਆ, ਸ਼ਰਾਬ ਪੀਂਦੇ ਆ, ਪੀ ਕੇ ਫਿਰ ਲਿਵ ਜੋੜਦੇ ਆ, ਜਾਂ ਭੰਗ ਪੀਂਦੇ ਆ ਕਿ ਪੀ ਕੇ ਫਿਰ ਲਿਵ ਬੜੀ ਜੁੜਦੀ ਹੈ। ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਮਿਲਦੇ ਆ ਤੇ ਫਿਰ ਵੀ ਉਹਨਾਂ ਨੂੰ ਕੀ ਕਰਦੇ ਆ ਕਿ ਆਖਦੇ ਆ ਕਿ ਜੇ ਫਲਾਣੇ ਥਾਂ ਤੇ ਜਾ ਕੇ ਆ ਉੱਥੋਂ ਪਾਣੀ ਲਿਆ, ਕਿ ਉੱਥੇ ਭਾਵੇਂ ਉਰਦੀਆਂ ਸਿੱਧੀਆਂ ਨਾਲ ਕੁਝ ਵੀ ਪੈਦਾ ਕੀਤਾ ਉਹਨਾਂ ਨੇ, ਪਰ ਉਹ ਕਹਿਣ ਤੋਂ ਭਾਵ ਹੈ ਆਪ ਨੇ ਜਿਹੜੇ ਹਜੇ ਉਸ ਚੀਜ਼ ਤੋਂ ਪ੍ਰਭਾਵਿਤ ਨੇ ਕਿ ਮਾਇਆ ਵੀ ਕੋਈ ਚੀਜ਼ ਹੈ, ਕਿ ਸਾਰੇ ਸੰਸਾਰ ਨੂੰ ਛੱਡ ਕੇ ਉੱਥੇ ਜਾ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਪਾਤਸ਼ਾਹ ਜੀ ਆਖ ਰਹੇ ਹਨ ਕਿ ਅਜੇ ਵੀ ਮਨ ਡੋਲਦਾ ਹੈ, ਅਜੇ ਵੀ ਭਟਕ ਰਹੀ ਹੈ ਜਿਹੜੀ ਹੈ ਇਹ ਜੀਵ ਇਸਤਰੀ ਭਾਵ ਜੀਵ। ਧੁਰੋਂ ਵਿਸ਼ੁੰਨੀ ਕਿਉਂ ਮਿਲੈ, ਗਰਭ ਮੁਠੀ ਬਿਲ ਲਾਏ। ਸਤਿਗੁਰੂ ਜੀ ਆਖਣ ਲੱਗੇ ਕਿ ਧੁਰੋਂ ਵਿਸ਼ੁੰਨੀ ਭਾਵ ਕਿ ਆਪਣੇ ਕੀਤੇ ਕਰਮਾਂ ਦੇ ਕਾਰਨ ਧੁਰ ਤੋਂ ਪ੍ਰਭੂ ਦੇ ਹੁਕਮ ਅਨੁਸਾਰ ਵਿਛੜੀ ਹੋਈ ਹੈ, ਕਿ ਉਹਦਾ ਹੁਕਮ ਹੈ ਕਿ ਜਿਹੜਾ ਮਾਇਆ ਨਾਲ ਜੁੜ ਜਾਂਦਾ ਹੈ ਉਹ ਮਾਲਕ ਨਾਲ ਨਹੀਂ ਜੁੜ ਸਕਦਾ ਜਿੰਨਾ ਚਿਰ ਗੁਰੂ ਚਰਨਾਂ ਨਾਲ ਨਾ ਜੁੜੇ, ਪਰ ਜਿਹੜਾ ਗੁਰੂ ਚਰਨਾਂ ਨਾਲ ਜੁੜ ਜਾਂਦਾ ਹੈ ਫਿਰ ਉਹ ਮਾਲਕ ਦੇ ਚਰਨਾਂ ਨਾਲ ਜੁੜ ਜਾਂਦਾ ਹੈ। ਉਹਦਾ ਕੀ ਹੈ, ਇਹ ਉਹਦਾ ਹੁਕਮ ਹੈ। ਇਸੇ ਤਰ੍ਹਾਂ ਉਹਦੇ ਹੁਕਮ ਵਿੱਚ ਹੀ ਇਹ ਸਾਰੇ ਜੀਵ ਜਿਹੜੇ ਆਪਣੀ ਕਿਰਤਕਾਰ ਕਰ ਰਹੇ ਨੇ, ਕਰਮ ਕਰ ਰਹੇ ਹਨ। ਪਾਤਸ਼ਾਹ ਜੀ ਆਖਣ ਲੱਗੇ ਵਿਛੜੀ ਹੋਈ ਮਾਲਕ ਦੇ ਚਰਨਾਂ ਵਿੱਚ ਜੁੜ ਨਹੀਂ ਸਕਦੇ, ਉਹ ਤਾਂ ਤਿਆਗ ਆਦਿ ਦੇ ਅਹੰਕਾਰ ਵਿੱਚ ਲੁੱਟੀ ਜਾ ਰਹੀ ਹੈ ਤੇ ਵਿਛੋੜੇ ਵਿੱਚ ਕਲਪਦੀ ਹੈ। ਇੱਥੇ ਗੱਗਾ ਰਾਰਾ ਬੱਬੇ ਨੂੰ ਸਿਹਾਰੀ ਹੈ, ਇਹਦਾ ਅਰਥ ਕੀ ਹੋਵੇਗਾ? ਹਾਂਜੀ,
ਤੇ ਜੇ ਗੱਗਾ ਰਾਰਾ ਭੱਬਾ ਵੇ ਫਿਰ ਕਿ ਫਿਰ ਮਾਂ ਦਾ ਗਰਭ ਪੇਟ। याद रखना है कि दोवां दे विच जिहड़ा फर्क है, जे भब्बे नाल आया तो मां दी गर्भ की गल होएगी, ते जे बब्बे नाल आया फिर हंकार की गल होवेगी। सतगुरु जी आखन लगे मुट्ठी बिललाए फिर ठगी हुई महसूस करती है, ते बिललाए तो भाव विलकदी है, कलपदी है। विछुड़िया गुर मेल सी हर रस नाम प्यार। पातशाह जी आखन लगे कि प्रभु तो विछड़िया नूं गुरु हर नाम दे आनंद विच जोड़ के, नाम दे प्यार विच जोड़ के मुड़ मालक दे नाल जिहड़ा है मिलाउंदा है। कि गुरु है कि जिहड़ा वो जीव ते रहमत करके फिर उहदे नाम विच जोड़ के, नाम विच प्यार पैदा करके परमेश्वर दे नाल जोड़दा है, मिलाउंदा है। साच सहज शोभा घणी हर गुण नाम आधार। मालक दे गुणां दी बरकत नाल, मालक दे नाम दे आसरे नाल सदा थिर सच्चे प्रभु विच जुड़िया, अडोल अवस्था विच टिकिया फिर बड़ी ही शोभा मिलती है, बड़ी ही वडियाई जिहड़ी वो मिलती है। सच्चा मार्ग चलदियां उस्तत करे जहान। कि जिहड़ा सच ते चलदा है उन्होंने हमेशा ही जिहड़ी फिर शोभा मिलती है, भावें कि उस समय हो सकता है झूठ बहुत प्रबल होवे, पर जिहड़े सच ते खलोते हुंदे ने वो हमेशा ही जिहड़े ने वो शोभा पाउंदे ने। जिवें हुण असीं देखदे हां कि वजीर खान दे दरबार दे विच सुच्चा नंद भी है, ते दूजे पासे जिहड़ा है मलेरकोटले दा नवाब भी है। कि एक पासे हुण सुच्चा नंद उत्थों जिहड़ा है वडियाई लैण दे वास्ते दरबार दे विच अपनी जिहड़ी है कि मैं बहुत दरबार दा जिहड़ा हां उपासक हां जां रखवाला हां दरबार दा, मुगल दरबार दा जां वजीर खान दा, ते उदों वो कई तरह दे बोल बोलदा है। ते दूजे पासे जदों सलाह हुंदी है कि इस तरीके दे नाल बच्चिआं नूं सज़ा नहीं दित्ती जा सकदी, कि मलेरकोटले दे नवाब दे भरा नूं गुरु गोबिंद सिंह पातशाह जी ने मारिआ, क्यों ना आपां उहनूं आखीए कि आके उहदे बच्चे फड़ लिआ कि तूं बदला लै लै। पर वो की आखदा आके, वो इक्को गल आखदा है कि मैं इन्हां बच्चिआं तो जो बदला क्यों लवां, ये बहुत निक्के ने, इन्हां दे प्यो ने मेरे भरा नूं मारिआ है, वो भी जंग दे मैदान अंदर, ते मैं जंग दे मैदान विच ही उहदे तों बदला लवांगा। ये जिहड़ा है जो मर्यादा है इस्लाम दी, इस दे विरुद्ध है, मैं ये काम नहीं करांगा। हुण देखो दो चीज़ां हो गईआं ना, एक पासे सुच्चा आनंद हो गया, दूजे पासे है दोवें विरोधी ने, पर जिहड़ा सच्चा है अज उहनूं सारे पासे मान मिल रिहा, पर जिहड़ा झूठा सी उहनूं हो सकदा उदों तां मान मिलिआ होवे, इनाम मिलिआ होवे वजीर खां कोल कि तूं कोई नवें तरीके कढे है कि इहदे नाल आपां सज़ा दित्ती बच्चिआं नूं, पर मगरों ते अंत तां बुरा ही होया। अज भी फिटकारां ही पै रहीआं ने उहदे नाम नूं, उहनूं ते नवाब मलेरकोटले वाले दे इस हा दे नारे कारण जिहड़ा है मलेरकोटला अज भी उसे तरह ही है। कि देखो कहण तो भाव है कि जिहड़ा सच नाल जुड़दा है, भावें किसी भी धर्म विच होए, किते भी दुनिया दे विच होए, जिहड़ा सच नाल है वो हमेशा ही आनंद विच रहिंदा है, हमेशा ही फिर लोग भी ओहदा जिहड़ा है पक्ष पूरदे ने कि फलाना बंदा भावें साडा विरोधी है पर वो बोलदा सच है, झूठ नहीं बोलदा। इसे तरह ज्यों भावै त्यों रख तूं, मैं तुझ बिन कवन पतार। पतार दा अर्थ की है जी? हाँ जी, हाँ जी, इधरों
ਪਤੀ ਪਰਮੇਸ਼ਰ, ਖਸਮ, ਪਤਾਰ ਤੋਂ ਭਾਵ ਖਸਮ, ਪਤੀ। ਅੱਖ ਪਾਤਸ਼ਾਹ ਜੀ ਆਖਣ ਲੱਗੇ ਕਿ ਜਿਉਂ ਭਾਵੈ, हे ਮਾਲਕ ਜੀ ਮੇਰੀ ਤੇ ਤੁਹਾਡੇ ਚਰਨਾਂ 'ਚ ਅਰਦਾਸ ਹੈ, ਬੇਨਤੀ ਹੈ, ਜਿਉਂ ਭਾਵੈ, ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ ਤਿਉਂ ਰੱਖ ਤੂੰ, ਉਵੇਂ ਹੀ ਤੂੰ ਮੈਨੂੰ ਹੈ ਜਿਹੜਾ ਰੱਖ, ਉਵੇਂ ਹੀ ਆਪਣੇ ਚਰਨਾਂ ਦੇ ਵਿੱਚ ਜੋੜ ਕੇ ਰੱਖ, ਜਿਵੇਂ ਤੈਨੂੰ ਚੰਗਾ ਲੱਗਦਾ ਹੈ। ਮੈਂ ਤੁਝ ਬਿਨ ਕਵਨ ਪਤਾਰ, ਤੈਥੋਂ ਬਿਨਾ ਮੇਰਾ ਖਸਮ ਸਾਈਂ ਹੋਰ ਕੋਈ ਨਹੀਂ ਹੈ, ਕਿ ਤੇਰੇ ਤੋਂ ਬਿਨਾ ਮੇਰਾ ਹੋਰ ਕੋਈ ਨਹੀਂ ਹੈ। ਮੈਂ ਤੇਰੇ ਚਰਨਾਂ ਵਿੱਚ ਹੀ ਜੁੜਨਾ ਚਾਹੁੰਦਾ ਹਾਂ, ਤੇ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਉਵੇਂ ਹੀ ਤੂੰ ਮੈਨੂੰ ਆਪਣੇ ਚਰਨਾਂ ਦੇ ਵਿੱਚ ਜੋੜ ਕਰਕੇ ਰੱਖਣਾ ਕਰ। ਅੱਖਰ ਪੜ ਪੜ ਭੁੱਲੀਐ, ਭੇਖੀ ਬਹੁਤ ਅਭਿਮਾਨ, ਅੱਖਰ ਪੜ੍ਹਨ ਤੋਂ ਭਾਵ ਵਿਦਿਆ ਹਾਸਲ ਕਰਨ ਲਈ, ਕਿ ਜਿਵੇਂ ਅਸੀਂ ਸਾਰੇ ਬਚਪਨ ਤੋਂ ਲੈ ਕੇ ਅੱਖਰਾਂ ਨੂੰ ਪੜ੍ਹ ਪੜ੍ਹ ਕੇ ਗਿਆਨ ਹਾਸਲ ਕੀਤਾ, ਪਹਿਲਾਂ ਇਕੱਲੇ ਇਕੱਲੇ ਪੜ੍ਹੇ, ਫਿਰ ਉਹਨਾਂ ਦਾ ਜੋੜ ਕਰਕੇ ਪੜ੍ਹਿਆ, ਫਿਰ ਉਹਨਾਂ ਦੇ ਵਾਕ ਬਣੇ ਵੱਡੇ, ਕਿ ਉਸੇ ਤਰ੍ਹਾਂ ਆਪਾਂ ਗਿਆਨ ਹਾਸਲ ਕੀਤਾ। ਕਹਿਣ ਤੋਂ ਭਾਵ ਵਿਦਿਆ ਪੜ੍ਹ ਪੜ੍ਹ ਕੇ ਵੀ ਵਿਦਿਆ ਦੇ ਹੰਕਾਰ ਕਾਰਨ ਜਿਹੜਾ ਹੈ ਜੀਵ ਉਹ ਕੁਰਾਹੇ ਪੈਦਾ, ਕਿ ਕੁਰਾਹੇ ਪੈ ਜਾਂਦਾ। ਅੱਖਰ ਪੜ੍ਹ ਪੜ੍ਹ ਭੁੱਲੀਐ, ਕਿ ਭੁਲੇਖੇ ਦੇ ਵਿੱਚ ਪੈਂਦਾ ਰਹਿੰਦਾ ਹੈ। ਅਤੇ ਗ੍ਰਸਤ ਤਿਆਗੀਆਂ ਦੇ ਭੇਖਾਂ ਨਾਲ ਵੀ ਮਨ ਵਿੱਚ ਬੜਾ ਮਾਣ ਪੈਦਾ ਹੁੰਦਾ ਹੈ, ਕਿ ਜਿਹੜੇ ਗ੍ਰਸਤ ਤਿਆਗ ਦਿੰਦੇ ਨੇ, ਕਹਿੰਦੇ ਕਿ ਅਸੀਂ ਵਿਆਹ ਨਹੀਂ ਕਰਾਉਣਾ, ਜਾਂ ਹੈ ਜਿਹੜਾ ਅਸੀਂ ਘਰ ਤਿਆਗ ਕੇ ਦੂਰ ਜਿਹੜਾ ਹੈ ਘਰ ਛੱਡ ਕੇ ਚਲੇ ਜਾਣਾ ਹੈ, ਮਾਲਕ ਰੱਬ ਦੀ ਭਗਤੀ ਕਰਨ ਲਈ, ਰੱਬ ਨੂੰ ਲੱਭਣ ਲਈ, ਉਹਦੀ ਪ੍ਰਾਪਤੀ ਕਰਨ ਦੇ ਲਈ। ਪਾਤਸ਼ਾਹ ਜੀ ਆਖਣ ਲੱਗੇ ਫਿਰ ਉਹਨਾਂ ਨੇ ਜਿਹੜਾ ਵਿਦਿਆ ਪੜ੍ਹ ਕੇ ਗਿਆਨ ਹਾਸਲ ਕੀਤਾ ਨਾ, ਇਹ ਫਿਰ ਕਾਹਦਾ ਹੈ? ਉਹਨਾਂ ਨੂੰ ਭੁੱਲਿਆ ਹੀ ਹੋਇਆ, ਭਾਵ ਭਟਕਣਾ ਵਾਲੇ ਪਾਸੇ ਪਾਉਣ ਵਾਲਾ ਹੀ ਉਹਨਾਂ ਦਾ ਗਿਆਨ ਹੈ। ਤੀਰਥ ਨਾਤਾ ਕਿਆ ਕਰੇ, ਮਨ ਮੈਂ ਮੈਲ ਗੁਮਾਨ, ਤੀਰਥ ਨਾਤਾ ਭਾਰਾ ਕਰਕੇ ਪੜਾਂਗੇ ਆਪਾਂ ਇਹਨੂੰ, ਕਿਉਂਕਿ ਸ਼ਬਦ ਕੀ ਹੈ? ਨਾਤਾ। ਨਾਤਾ ਦਾ ਕੀ ਮਤਲਬ ਹੁੰਦਾ? ਹਾਂਜੀ, ਨਹੀਂ ਨਹੀਂ ਨਹੀਂ, ਉਹ ਨਾਤਾ ਹੈ, ਨਾਤਾ। ਹਾਂਜੀ, ਉਹਦਾ ਅਰਥ ਹੁੰਦਾ ਹੈ ਜੋੜ ਹੋਣਾ, ਰਿਸ਼ਤਾ ਹੋਣਾ, ਕਿ ਤੇਰਾ ਫਲਾਣੇ ਨਾਲ ਕੀ ਨਾਤਾ ਹੈ, ਭਾਵ ਕੀ ਤੇਰਾ ਉਹਦੇ ਨਾਲ ਜੋੜ ਹੈ, ਕੀ ਤੇਰਾ ਉਹਦੇ ਨਾਲ ਰਿਸ਼ਤਾ ਹੈ। ਪਰ ਜੇ ਇਹਨੂੰ ਨਾਤਾ ਪੜਾਂਗੇ ਫਿਰ ਹੋ ਜਾਏਗਾ ਇਸ਼ਨਾਨ ਕਰਨ ਦੀ ਗੱਲ। ਪਾਤਸ਼ਾਹ ਜੀ ਆਖਣਗੇ ਤੀਰਥ ਨਾਤਾ ਕਿਆ ਕਰੇ, ਮਨ ਮੈਂ ਮੈਲ ਗੁਮਾਨ। ਗੁਮਾਨ ਦਾ ਅਰਥ ਕੀ ਹੈ ਜੀ? ਹੰਕਾਰ। ਤੇ ਪਿੱਛੇ ਆਪਾਂ ਇੱਕ ਹੋਰ ਸ਼ਬਦ ਪੜ੍ਹ ਕੇ ਆਏ ਹਾਂ, ਗਰਭ, ਉਹਦਾ ਅਰਥ ਵੀ ਹੰਕਾਰ ਹੈ। ਇਸ ਕਰਕੇ ਸਾਰੇ ਸ਼ਬਦਾਂ ਦਾ ਅਸੀਂ ਖਿਆਲ ਰੱਖਣਾ ਹੈ। ਪਾਤਸ਼ਾਹ ਜੀ ਆਖਣ ਲੱਗੇ ਤੀਰਥਾਂ ਉੱਤੇ ਇਸ਼ਨਾਨ ਕਰਨ ਨਾਲ ਵੀ ਜੀਵ ਕੁਝ ਨਹੀਂ ਸਵਾਰ ਸਕਦਾ, ਕਿ ਜੇਕਰ ਗਿਆਨ ਤੋਂ ਬਿਨਾਂ ਕੋਈ ਤੀਰਥਾਂ ਤੇ ਇਸ਼ਨਾਨ ਵੀ ਕਰਦਾ ਹੈ ਤੇ ਉਹਦੇ ਜੀਵਨ ਦਾ ਸੰਵਰਦਾ ਕੁਝ ਨਹੀਂ ਹੈ, ਕਿਉਂਕਿ ਮਨ ਵਿੱਚ ਇਸ ਹੰਕਾਰ ਦੀ ਮੈਲ ਫਿਰ ਟਿਕੀ ਰਹਿੰਦੀ ਹੈ ਕਿ ਮੈਂ ਤੀਰਥ ਇਸ਼ਨਾਨੀ ਹਾਂ, ਮੈਂ ਫਲਾਣੇ ਤੀਰਥ ਤੇ ਇੰਨੇ ਵਾਰ ਜਾ ਆਇਆ, ਫਲਾਣੇ ਗੁਰਧਾਮ ਤੇ ਜਾਂ ਫਲਾਣੇ ਤੀਰਥ ਤੇ ਮੈਂ ਇੰਨੇ ਵਾਰ ਯਾਤਰਾ ਕਰਕੇ ਉੱਥੇ ਮੈਂ ਇੰਨੇ ਵਾਰ ਇਸ਼ਨਾਨ ਕੀਤਾ ਹੈ ਇਤਿਆਦਿਕ। ਜੇ ਉੱਥੇ ਮੈਂ ਆ ਗਈ ਹੈ, ਉੱਥੋਂ ਸ਼ਬਦ ਕੋਈ ਸਿੱਖਿਆ ਹੀ ਨਹੀਂ ਗੁਰੂ ਦਾ, ਤੇ ਫਿਰ ਕੀ ਹੁੰਦਾ ਹੈ? ਉਹਦੇ ਨਾਲ ਮਨ ਦੇ ਵਿੱਚ ਗੁਰੂ ਦੇ ਸ਼ਬਦ ਤੋਂ ਬਿਨਾਂ ਕੀ ਹੋ ਜਾਂਦਾ ਹੈ? ਹੰਕਾਰ ਹੀ ਪੈਦਾ ਹੁੰਦਾ ਹੈ। ਗੁਰ ਬਿਨ ਕਿਨ ਸਮਝਾਈਐ, ਮਨ ਰਾਜਾ ਸੁਲਤਾਨ। ਹੁਣ ਪਾਤਸ਼ਾਹ ਜੀ ਇੱਥੇ ਆਖ ਰਹੇ ਨੇ ਕਿ ਜਿਹੜਾ ਮਨ ਹੈ ਨਾ, ਜਿਹੜਾ ਮਨੁੱਖ, ਜਿਹੜਾ ਜੀਵ ਮਾਲਕ ਦੇ ਰਸਤੇ ਤੋਂ ਖੁੰਝ ਜਾਂਦਾ ਹੈ, ਫਿਰ ਉਹਦਾ ਜਿਹੜਾ ਮਨ ਹੈ, ਆਪਣੇ ਮਨ ਦੇ ਪਿੱਛੇ ਜਿਹੜਾ ਫਿਰ ਮਨੁੱਖ ਤੁਰਦਾ ਹੈ, ਉਹਦਾ ਮਨ ਫਿਰ ਇਸ ਸਰੀਰ ਦਾ ਕੀ ਹੋ ਜਾਂਦਾ? ਬਣ ਜਾਂਦਾ ਹੈ ਰਾਜਾ।
कि मन फिर राजा बन जाता है कि इस शरीर नूं अपनी तरीके नाल चलाउंदा है। मन राजा सुल्तान राजा बनिया रहिंदा इस शरीर दा, इस नगरी दा, अते सुल्तान हमेशा ही जिहड़ा है वो बनिया रहिंदा है, क्योंकि उहनूं कोई समझाउण वाला नहीं है। गुर बिन किन समझाइए, क्योंकि गुरु तो बिना इस नूं होर किसे होर ने कदे मत नहीं दिती, कोई इस नूं समझा नहीं सकिया। क्योंकि मन है ही इन्ना बलवान कि गुरु तो बिना किसे तो समझ ही नहीं सकता। भावें पहाड़ां दीयां कंदरां च जाके भगती करे, भावें पुट्ठा लटक जाए, भावें तीर्थां दे उत्ते कई इशनान कर लवे, इहदे नाल की हुंदा है, मन हंकारी ते भावें हो जाए पर जुड़ नहीं सकता, आत्मक आनंद हासिल नहीं कर सकता। इस करके पातशाह जी आखदे ने कि जिहड़े मनमुख हुंदे ने वो हमेशा अपने मन दे पिछे तुरदे ने, क्योंकि मन ने उन्हां दे शरीर नूं काबू विच कीता हुंदा। जो मन कहंदा है उही करदे हन, क्योंकि मन शरीर दा राजा है, सुल्तान है। प्रेम पदार्थ पाइए गुरमुख तत् विचार, कि हे बाबा गुरु दी शरण पै के अपने मूल प्रभु दे गुणां नूं विचार, कि उहदे तत् दी विचार कर। गुरमुख तत् विचार, कि गुरु दी शरण पै के गुरु वाल मुख करके, तत् तो भाव मालक परमेश्वर, की उस दे गुणां दी विचार करनी कर होवेगा कि प्रेम पदार्थ पाइए। इस दे नाल फिर गुरु दी शरण पिया ही मालक दे चरनां नाल प्रेम पैदा करन वाला नाम धन है, जिहड़ा प्रेम पदार्थ है जिहड़ा वो मिलदा है। सा तन आप गवाया गुर कै शब्द शिंगार, पातशाह जी आखन लगे सा धन तो भाव जिस जीव इस्त्री ने आप गवाया, कि आपा भाव दूर कर लिया है, अपने अंदरों जिहड़ा है अपना आपा मैं हौमै हंकार है जिहड़ा गवा लिया है, दूर कर लिया है। अते गुर कै शब्द शिंगार, गुरु दे शब्द अनुसार अपने जीवन दा शिंगार कीता है। घर ही सो पिर पाया गुर कै हेत अपार, गुर के हेत अपार, कि उसने गुरु दे बख्शे प्रेम दी राही अपने हिरदे घर विच उस बेअंत अपार मालक परमेश्वर पति नूं लभ लिया है। गुर कै हेत अपार, घर ही सो पिर पाया, घर ही तो भाव अपने हिरदे दे विच उस मालक नूं पाया, तो भाव लभ लिया। गुर की सेवा चाकरी मन निर्मल सुख होए, गुरु दी सेवा कीतियां, गुरु दी चाकरी करन दे नाल मन निर्मल हो जाता है, पवित्र हो जाता है, सुख होए अते आत्मक आनंद मिलता है, आत्मक आनंद दी प्राप्ति हो जाती है। गुर का शब्द मन वसिया हौमै विचों खोए, पातशाह जी आख रहे ने गुर का शब्द, गुरु का शब्द मन वसिया, जिस मनुख दे मन विच वस पैंदा है, वस जाता है, हौमै विचों जाए, ओ मनुख ओ जीव फिर अपने अंदरों हौमै जिहड़ी है वो दूर कर लैंदा है। नाम पदार्थ पाया लाभ सदा मन होए,
ਪਾਤਸ਼ਾਹ ਜੀ ਆਖਣ ਲੱਗੇ, ਫਿਰ ਜਿਸ ਮਨੁੱਖ ਨੇ ਗੁਰੂ ਦੀ ਸ਼ਰਨ ਪੈ ਕੇ ਨਾਮ ਧਨ ਹਾਸਲ ਕਰ ਲਿਆ ਹੈ, ਨਾਮ ਪਦਾਰਥ ਪਾਇਆ, ਉਸ ਦੇ ਲਾਭ ਸਦਾ ਮਨ ਹੋਏ, ਉਸ ਦੇ ਮਨ ਵਿੱਚ ਸਦਾ ਲਾਭ ਹੁੰਦਾ ਹੈ। ਭਾਵ ਕਿ ਉਸ ਦੇ ਮਨ ਵਿੱਚ ਆਤਮਿਕ ਗੁਣਾਂ ਦਾ ਸਦਾ ਫਿਰ ਵਾਧਾ ਹੀ ਵਾਧਾ ਹੁੰਦਾ ਹੈ। ਉਹ ਮਨ ਫਿਰ ਕਦੇ ਕੁਰਾਹੇ ਨਹੀਂ ਪੈਂਦਾ, ਉਹ ਮਾਲਕ ਦੇ ਚਰਨਾਂ ਵਿੱਚ ਹੀ ਜੁੜਿਆ ਰਹਿੰਦਾ ਹੈ। ਕਰਮ ਮਿਲੈ ਤਾਂ ਪਾਈਐ, ਆਪ ਨ ਲਿਆ ਜਾਏ। इथे कर्म का अर्थ की है? कर्म करने है, बख्शिश। ठीक है जी, इथे कर्म का अर्थ बख्शिश, रहमत, कृपा, फजल, प्रसाद कि कर्म मिले। जेकर मालिक परमेश्वर की बख्शिश मिल जाए, उहदी मेहर हो जाए, तां पाइए, तां फिर नाम की प्राप्ति है, मालिक की प्राप्ति हुंदी है। आप ना लिया जाए, आप सीधे तौर पर उस मालिक की प्राप्ति नहीं की जा सकती कि सीधे तौर पर आखे कोई जाके कि जिवें दुकान तो मिलती हुंदी कोई चीज़ कि जाके सीधी मिल जाए, इस तरह नहीं मिलता। जदों उहदी अपनी मेहर हो जाए, जदों कोई मनुख गुरु के शब्द विच जुड़ जाए, फिर उहदी रहमत दे नाल फिर वो आप मिलता है। सीधे तौर पर जिहड़ी है उहदी प्राप्ति नहीं हुंदी। गुर की चरनी लग रहो, विचों आप गवाए। पातशाह जी अखलेस करके, हे भाई अपने अंदरों आपा भाव दूर करके गुरु के चरना विच टिकिया रह, गुरु के चरना विच है जिहड़ा वो लग्या रह। सच्चे सेती रत्तियां सच्चो पल्लै पाए। गुरु शरण दी बरकत दे नाल सच्चे मालिक प्रभु दे रंग विच रंगे रहिए, तां ही वो मालिक फिर जिहड़ा है सच्चा परमेश्वर है वो मिल पैंदा है। सच्चे सेती रत्तियां, जदों उहदे नाम रंग विच रंगे जाइए, उहदे हुक्म रजा दे अनुसार अपनी जीवन नूं जीवीए, तां सच्चो पल्लै पाए, फिर वो पल्ले पै जांदा है, भाव वो मिल पैंदा है। भुल्लन अंदर सब को, अभुल गुरु करतार। हुण इस पंक्ति दी तां सारिआं नूं अर्थ पता ही होणगे। हाँ जी, भुल्लन अंदर सब को, सब को तो भाव कोई, भाव सब कोई जिहड़ा जीव है वो माया दे अधीन जदों हो जाता है ते भुल्लन अंदर वो फिर गलती खा जाता है, कर लैंदा जीवन दे अंदर गलती। एक नहीं, दुनिया दे विच अनेक जिहड़े साधु पीर आदि होए ने, ऋषि मुनि होए ने, वो भी माया दे ढहे चढ़ के भुल जाते ने अपने सही रस्ते दे। पर अभुल गुरु करतार, अभुल तो भाव जिहड़ा ना भुले, जिहड़ा गलती ना खाए, कि ये तां अभुल है, इहदे कोलों गलती हो ही नहीं सकती। वो कौन कौन है? गुरु करतार, कि गुरु अते वो मालक करतार है, वो अभुल है। माया उन्हां दे उत्ते अपना प्रभाव नहीं पा सकती, क्योंकि जदों जीव दे उत्ते माया दा प्रभाव पैंदा है, उदों ही जिहड़ा जीव गलती करदा है। पर मालक अते गुरु दे उत्ते माया दा प्रभाव नहीं पैंदा है, इस करके वो हन अभुल हन। गुरमत मन समझाया, लागा तिसै प्यार। पातशाह जी आखन लगे कि जिस मनुख ने गुरु की मत उत्ते तुर के अपने मन नूं समझ लिया है, अपने
ਮਨ ਨੂੰ ਜਿਹੜਾ ਹੈ ਸਿੱਧਾ ਕਰ ਲਿਆ ਹੈ, ਉਸ ਦੇ ਅੰਦਰ ਪਰਮਾਤਮਾ ਦਾ ਪ੍ਰੇਮ ਹੈ ਜਿਹੜਾ ਉਹ ਬਣ ਜਾਂਦਾ ਹੈ। ਗੁਰਮਤਿ ਗੁਰੂ ਦੀ ਮੱਤ ਰਾਹੀਂ ਮਨ ਸਮਝਾਇਆ। ਮਨ ਨੂੰ ਜਿਨੇ ਸਮਝ ਲਿਆ ਹੈ, ਜਿਨੇ ਮੂਲ ਨੂੰ ਪਛਾਣ ਲਿਆ ਹੈ, ਲਾਗਾ ਤਿਸੈ ਪਿਆਰ, ਫਿਰ ਉਹਦਾ ਪਿਆਰ ਹੀ ਮਾਲਕ ਦੇ ਨਾਲ ਲੱਗ ਜਾਂਦਾ ਹੈ। ਪੂਰਨ ਤੌਰ ਤੇ ਉਹਦੀ ਪ੍ਰੀਤ ਉਸ ਪਰਮੇਸ਼ਰ ਦੇ ਨਾਲ ਬਣ ਜਾਂਦੀ ਹੈ। ਨਾਨਕ ਸਾਚ ਨ ਵਿਸਰੈ, ਮਿਲੇ ਸ਼ਬਦ ਅਪਾਰ। ਪਾਤਸ਼ਾਹ ਜੀ ਆਖਦੇ ਹਨ ਕਿ ਹੇ ਨਾਨਕ ਸਾਚ ਨਾ ਵਿਸਰੈ, ਉਹਨੂੰ ਉਹ ਮਾਲਕ ਕਦੇ ਨਹੀਂ ਭੁੱਲਦਾ, ਕਦੇ ਨਹੀਂ ਮਨ ਦੇ ਵਿੱਚੋਂ ਵਿਸਰਦਾ, ਕਦੇ ਨਹੀਂ ਉਹਦੀ ਯਾਦ ਭੁੱਲਦੀ। ਜਿਸ ਨੂੰ ਮਿਲੇ ਸ਼ਬਦ ਅਪਾਰ, ਜਿਸ ਨੂੰ ਗੁਰੂ ਸ਼ਬਦ ਦੇ ਰਾਹੀਂ ਉਸ ਮਾਲਕ ਦੇ ਨਾਲ ਮਿਲਾ ਦਿੰਦਾ ਹੈ। ਸ਼ਬਦ ਦੇ ਨਾਲ ਜਿਹੜਾ ਹੈ ਉਹ ਮਾਲਕ ਪਰਮੇਸ਼ਰ ਦੇ ਨਾਲ ਮਿਲਾ ਦਿੰਦਾ ਹੈ। ਫਿਰ ਉਹ ਅਪਾਰ ਸੱਚੇ ਪਰਮੇਸ਼ਰ ਨੂੰ ਕਦੇ ਵੀ ਨਹੀਂ ਭੁੱਲਦਾ, ਭਾਵ ਉਹਦੇ ਮਨ ਦੇ ਵਿੱਚੋਂ ਕਦੇ ਵੀ ਉਹਦੀ ਯਾਦ ਹੈ ਜਿਹੜੀ ਉਹ ਵਿਸਰਦੀ ਨਹੀਂ ਹੈ। ਕਿ ਜਿਸ ਮਨੁੱਖ ਨੂੰ ਗੁਰੂ ਦਾ ਸ਼ਬਦ ਅਪਾਰ ਪ੍ਰਭੂ ਫਿਰ ਮਿਲਾ ਦਿੰਦਾ ਹੈ। ਨਾਨਕ ਸਾਚ ਨ ਵਿਸਰੈ, ਫਿਰ ਉਹ ਸੱਚਾ ਕਦੇ ਵੀ ਮਨ ਦੇ ਵਿੱਚੋਂ ਭੁੱਲਦਾ ਨਹੀਂ ਹੈ, ਵਿਸਰਦਾ ਨਹੀਂ ਹੈ, ਕਿਉਂਕਿ ਗੁਰੂ ਦੀ ਰਹਿਮਤ ਹੋ ਜਾਂਦੀ ਹੈ। ਸਤਿਗੁਰੂ ਜੀ ਰਹਿਮਤ ਕਰਨ। 12 ਅਸ਼ਟਪਦੀਆਂ ਦੀ ਜਿਹੜੀ ਵਿਚਾਰ ਹੈ ਉਹ ਸੰਪੂਰਨ ਹੋ ਚੁੱਕੀ ਹੈ। ਸੋ ਆਪ ਸੰਗਤਾਂ ਨੇ ਨੋਟ ਕਰਨਾ ਜੀ, ਐਤਵਾਰ ਤੋਂ ਸ਼ਾਮ ਦੀ ਜਿਹੜੀ ਸੰਥਿਆ ਦੀ ਵਿਚਾਰ ਹੈ, ਭਾਵ ਸਾਰੇ ਦੀਵਾਨ ਦਾ ਸਮਾਂ ਹੀ 15 ਮਿੰਟ ਪਹਿਲਾਂ ਹੋ ਗਿਆ ਹੈ। ਜੋ ਸੰਥਿਆ ਦੀ ਵਿਚਾਰ ਹੈ ਉਹ 7:15 ਵਜੇ ਤੋਂ ਲੈ ਕੇ 8 ਵਜੇ ਤੱਕ ਹੋਇਆ ਕਰੇਗੀ। ਸੋ ਫਤਿਹ ਪ੍ਰਵਾਨ ਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।